ਤਿੰਨ ਬੰਦੇ ਆਏ ਨੇ ਡੰਡੇ ਲੈ ਕੇ, ਤਿੰਨੇ ਹੀ ਇਹ ਉਹਨੂੰ ਕੁੱਟਣ ਲੱਗ ਪਏ ਨੇ। ਮੋਬਾਈਲ ਲੈ ਕੇ ਨਾ ਬੰਦ ਕਰ ਦਿੱਤਾ। ਇਹ ਸ਼ਾਗਿਰਦ ਨੂੰ ਤੇ ਇਹਨੂੰ ਨਸੀਰ ਨੂੰ ਅੰਦਰ ਲੈ ਗਿਆ। ਅੰਦਰ ਜਾ ਕੇ ਇਹਨੇ ਬਿਠਾ ਦਿੱਤਾ ਤੇ ਉਂਗਲਾਂ, ਪੈਰ, ਗੋਡੇ, ਲੱਤਾਂ, ਇਹ ਕੋਈ ਸ਼ੈ ਐਸੀ ਬਚੀ ਨਹੀਂ। ਪਸਲੀਆਂ ਤੱਕ ਜਿਹੜਾ ਨਾ ਉਹਦੀ ਐਸੀ ਕੋਈ ਸ਼ੈ ਨਹੀਂ ਹੱਡੀ ਜਿਹੜੀ ਬਚੀ ਹੋਵੇ। ਇੰਨਾ ਉਹਨਾਂ ਤਸ਼ੱਦਦ ਕੀਤਾ। ਬਾਹਰ ਸਾਰੇ ਮਹੱਲੇ ਵਾਲੇ ਗੁਆਂਢੀ ਸੁਣਦੇ ਰਹੇ ਨੇ। ਦਿਨ ਸੀ ਇਹ ਕਿਹੜਾ ਰਾਤ ਪੈ ਗਈ ਸੀ। ਉਹਨੇ ਕੰਨ ਫੜੇ ਰੱਖੇ, ਇਹਨੂੰ ਫਿਰ ਇਹ ਮਾਰਦੇ ਰਹੇ ਨੇ। ਇਹ ਪੁੱਛਦਾ ਹੀ ਰਹਿ ਗਿਆ ਮੈਨੂੰ ਕਿਉਂ ਮਾਰਦੇ ਜੇ, किस वजह तो मारते जो मेरी गलती तो। नाज़रीन, मैं हूं एडी मलिक और मैं इस वक्त मुरीद के उस बदकिस्मत घर में मौजूद हूं जिस घर के 5 बच्चों के वाहद कफ़ील और 5 बच्चों के वालिद को एक कॉल करके बुलाया जाता है और फिर बेईमाना तशद्दुद का निशाना बनाकर उसे कत्ल कर दिया जाता है। जब उन जालिमों का पेट नहीं भरता है जुल्म करते हुए, तो उस मकतूल की लाश को वो उठाकर दूसरे इलाके में फेंक आते हैं। ये सारा वाक़या है क्या? मेरे साथ मकतूलैन के लवाहिकीन मौजूद हैं, उनसे बात करते हैं कि किस तरह से और किन लोगों ने कॉल की और किस तरह फिर इस कत्ल को उन्होंने सर अंजाम दिया। अस्सलाम वालेकुम जी। जी वालेकुम सलाम। भजन, क्या नाम है आपका? मेरा नाम शबीर सैन। शबीर भाई, बताइएगा कि किसे कत्ल किया और किन लोगों ने कत्ल किया? ਤੇ ਸਰ ਜੀ ਉਹ ਸਾਡੇ ਕੋਲ ਇੱਕ ਪਿੰਡ ਹੈ ਸਲਾਮਪੁਰਾ, ਬਘਿਆੜ ਮੂੰਹਾਂ ਦਾ ਪੁਰਾਣਾ ਨਾਂ ਹੈ। ਇੱਥੋਂ ਦਾ ਉਹ ਸਾਡਾ ਆਪਣਾ ਹੀ ਰਿਸ਼ਤੇ ਤੋਂ ਲੱਗਦਾ ਹੈ। ਜਿਹੜਾ ਉਹਨੇ ਕਾਲ ਕਰਕੇ ਇਹਨੂੰ ਬੁਲਾਇਆ ਸੀ ਵੀ ਸਾਡੇ ਘਰ ਦੇ ਵਿੱਚ ਬੱਤੀ ਸਹੀ ਕਰ ਦੇ, ਪੱਖੇ ਪੁੱਖੇ ਸਹੀ ਕਰ ਦੇ, ਕਪੈਸਿਟਰ ਵਗੈਰਾ ਜੇ ਬਦਲਣੇ ਨੇ। ਉਹਨੇ ਆਖਿਆ ਅੱਛਾ चलो ठीक है मैं कर देना। ਉਹ ਨਾ कत्ल जिनको किया है उनका क्या नाम है? थोड़ा सा उनके बारे में पहले बताओ। ਅਹਿਮਦ ਉਹਦਾ ਨਾਂ ਹੈ। ਇਲੈਕਟ੍ਰੀਸ਼ੀਅਨ ਦੁਕਾਨ ਉਹਨੇ ਬਣਾਈ ਹੈ। ਇਸ ਨੂੰ ਉਹਨੇ ਫੋਨ ਕੀਤਾ, ਨਸੀਰ ਵੀ ਪੱਖੇ ਸਾਡੇ ਸਹੀ ਕਰ ਦਿਓ। ਨਸੀਰ ਨੇ ਆਖਿਆ ਅੱਛਾ ਕਰ ਦਿੰਦੇ ਹਾਂ। ਨਾਲ ਫੈਕਟਰੀ ਸੀ। ਉਹ ਫੈਕਟਰੀ ਜਿਹੜੀ ਨਾ ਉਹਦੇ ਜਿਹਨੇ ਕੰਮ ਕਰਨਾ ਸੀ, ਨਾਲ ਇਹਨੇ ਸ਼ਾਗਿਰਦ ਲਏ ਨੇ 2। ਰੋਜ਼ੇ ਤੋਂ ਤਕਰੀਬਨ ਕੋਈ ਅੱਧਾ ਘੰਟਾ ਪਹਿਲੇ ਗਏ ਨੇ। ਇੱਕ ਫੈਕਟਰੀ ਦੇ ਵਿੱਚ ਇਹਨੇ ਮੁੰਡੇ ਨੂੰ ਲਾਇਆ, ਦੂਜੇ ਮੁੰਡੇ ਨੂੰ ਇਹਨਾਂ ਦੇ ਘਰ ਦੇ ਕੋਲ ਲਾਇਆ ਸੀ। ਲੈ ਵੀ ਤੂੰ ਇਹਨਾਂ ਦੇ ਕੰਪੈਸਟਰ ਵੇਖ ਤੇ ਇਹਨਾਂ ਦੇ ਨਾਲ ਜਿਹੜਾ ਨਾ ਉਹ ਪੱਖੇ ਪੁੱਖੇ ਜੇ ਅਗਰ ਖਰਾਬ ਹੈ ਤੂੰ ਉਹਨੂੰ ਲਾ ਲੈ। अच्छा, फोन कॉल जिहड़ी आई सी वो किन्ने कीती सी ते कदों कीती सी? ਸੁਣਨ ਚ ਇਹ ਆਈ ਹੈ ਕਿ ਉਹਦੀ ਬੀਵੀ ਜਿਹੜੀ ਹੈ ਨਾ ਉਹਨੇ ਯਾਨੀ ਕਿ ਕਾਲ ਕੀਤੀ ਹੈ, ਉਹਨੇ ਜ਼ਬਰਦਸਤੀ ਕਰਵਾਈ ਹੈ। किहदी बीवी ने? ਇਹ ਆਜ਼ਮ ਦੀ ਬੀਵੀ ਨੇ। ਹਾਂਜੀ। कोई तुहाडी कोई जाती कोई ਉਹਦੇ ਨਾਲ ਕੋਈ ਖਾੜ ਸੀ, ਕੋਈ ਦੁਸ਼ਮਣੀ ਸੀ ਕੋਈ ਕੀ? ਐਸੀ ਗੱਲ ਨਹੀਂ ਕਿਸੇ ਕਿਸਮ ਦੀ ਵੀ। ਮੈਂ ਉਹਦੀ ਵਾਲਦਾ ਜਿਹੜੀ ਆਜ਼ਮ ਹੈ, ਇਹਦੀ ਵਾਲਦਾ ਦਾ ਠੀਕ ਨਹੀਂ ਸੀ। ਇਹਦੇ ਵੱਡੇ ਭਰਾ ਨਾਲ ਮੇਰੇ ਦੋਸਤਾਨਾ ਮਾਹੌਲ ਸਨ, ਆਉਣ ਜਾਣ ਸੀ। ਮੈਂ ਉਹਦਾ ਪਤਾ ਲੈ ਕੇ ਆਇਆ ਵਾਂ। ਅਗਰ ਕੋਈ ਐਸੀ ਗੱਲ ਹੁੰਦੀ ਤੇ ਮੈਨੂੰ ਪਹਿਲੇ ਪਤਾ ਲੱਗ ਜਾਂਦਾ। 10 ਦਿਨ ਮੈਂ ਪਹਿਲੇ ਉਹਨਾਂ ਦੇ ਘਰ ਗਿਆ ਵਾਂ, ਆਉਣ ਜਾਣ ਵੀ ਆਇਆ ਵੇ, ਸਲਾਮ ਦੁਆ ਵੀ ਹੈ, ਸਾਰਾ ਕੁਝ ਹੀ ਹੈ। ਤੇ ਜੇ ਕੋਈ ਐਸੀ ਗੱਲ ਹੋਵੇ ਲੜਾਈ ਝਗੜੇ ਦੀ, ਕੋਈ ਇਸ ਤਰ੍ਹਾਂ ਦੀ ਮਸਲਾ ਹੁੰਦਾ ਤੇ ਫਿਰ ਮੈਨੂੰ ਪਤਾ ਲੱਗਦਾ। ਸੱਜੇ ਖੱਬੇ ਗੁਆਂਢੀ ਦੱਸ ਦਿੰਦੇ ਵੀ ਤੇਰੇ ਭਰਾ ਦਾ ਇਸ ਤਰ੍ਹਾਂ ਮਸਲਾ ਹੈ, ਆਹ ਰੌਲਾ ਹੈ। ਤੇ ਕਿਸੇ ਕੋਈ ਐਸੀ ਗੱਲ ਨਹੀਂ ਹੋਈ। अब मुझे बताएं कि जब कॉल आई थी और मकतूल को और उस जालिम जिसने कत्ल किया है उसकी बीवी ने, तो क्या कहा था कि हमारे घर काम करना है, और काम करने के लिए अगर बुलाया था तो फिर उसको कत्ल क्यों किया? ਉਹ ਜਦੋਂ ਕਾਲ ਆਈ ਉਦੋਂ ਨਾਲ ਉਹਦਾ ਸ਼ਾਗਿਰਦ ਸੀ ਮੁੰਡਾ। ਉਹਨੇ ਕਾਲ ਕੀਤੀ ਗੁੱਸੇ ਦੇ ਲਹਿਜੇ ਨਾਲ ਵੀ ਤੂੰ ਸਾਡੇ ਘਰ ਆਉਂਦਾ ਕਿਉਂ ਨਹੀਂ, ਸਾਡੇ ਪੱਖੇ ਕਿਉਂ ਨਹੀਂ ਬਣਾਉਂਦਾ, ਤੈਨੂੰ ਆਖਿਆ ਪੱਖੇ ਬਣਾ ਆਣ ਕੇ। ਤੇ ਫੋਨ ਬੰਦ ਕਰਤਾ ਤੇ ਇਹ ਉਸ ਨੂੰ ਆਪਣੇ ਮੁੰਡੇ ਨਾਲ ਨੂੰ ਆਂਦਾ ਪਿਆ ਯਾਰ ਵੇਖਿਆ ਇਹਨੇ ਮੇਰੇ ਨਾਲ ਇੰਨੀ ਬਦਤਮੀਜ਼ੀ ਨਾਲ ਬੋਲੀ ਹੈ, ਖਰੇ ਕੀ ਵਜ੍ਹਾ, ਕਿਸ ਵਜ੍ਹਾ ਤੋਂ ਬੋਲੀ ਹੈ, ਕਿਉਂ ਇਹਨੇ ਮੈਨੂੰ ਆਖਿਆ। ਤੂੰ ਆਂਦਾ ਉਸਤਾਦ ਜੀ ਰਹਿਣ ਦਿਓ, ਇਹਨਾਂ ਦਾ ਨਹੀਂ ਕੰਮ ਕਰਨਾ, ਦਫਾ ਕਰੋ ਪਰਾਂ। ਤੇ ਆਂਦਾ ਨਹੀਂ ਯਾਰ ਪਿੰਡ ਦੀ ਇਹ ਧੀ ਹੈ ਤੇ ਭੈਣ ਸਾਡੀ, ਤੇ ਚਲੋ ਗੁੱਸੇ ਨਾਲ ਬੋਲੀ। ਪਰ ਹੁਣ ਗੁੱਸਾ ਹੋਵੇ ਨਹੀਂ ਆਉਂਦਾ ਕੰਮ ਕਰਨ ਦਾ ਟਾਈਮ ਨਹੀਂ ਲੱਗਦਾ, ਚਲੋ ਮੁੰਡੇ ਨਾਲ ਲੈ ਜਾਣਾ ਵਾ। ਤੇ ਉਹਨਾਂ ਨੇ ਯਾਰ ਉਹਨਾਂ ਪੱਖਾ ਵੇਖ ਤੇ ਜੇ ਨਹੀਂ ਚੱਲਦੇ ਤੇ ਲਾ ਕੇ ਲਾਇਆ। ਤੇ ਉਹ ਫਿਰ ਗਿਆ ਜਾ ਕੇ ਉਹਨੇ ਮੁੰਡੇ ਨੂੰ ਉੱਥੇ ਲਾਇਆ ਤੇ ਇਹ ਆਪ ਆਉਣ ਲੱਗਾ ਫੈਕਟਰੀ 'ਚ ਕੰਮ ਕਰਨ ਲੱਗਾ। ਇਹਦਾ ਬੰਦਾ ਜਿਹੜਾ ਆਜ਼ਮ ਹੈ ਉਹਨੇ ਮੋਟਰਸਾਈਕਲ ਦੀ ਚਾਬੀ ਕੱਢ ਲਈ। ਉਹਨੇ ਆਖਿਆ ਨਹੀਂ ਵੀ ਤੂੰ ਰੋਜ਼ਾ ਖੋਲ ਕੇ ਜਾਣਾ, ਰੋਜ਼ਾ ਖੋਲ੍ਹਣ ਤੋਂ ਬਗੈਰ ਮੈਂ ਜਾਣ ਨਹੀਂ ਦੇਣਾ। ਇਹ ਸ਼ਾਗਿਰਦ ਨੂੰ ਤੇ ਇਹਨੂੰ ਨਸੀਰ ਨੂੰ ਅੰਦਰ ਲੈ ਗਿਆ। ਅੰਦਰ ਜਾ ਕੇ ਇਹਨੇ ਬਿਠਾ ਦਿੱਤਾ। 5 ਮਿੰਟ ਬਾਅਦ ਉਹ 3 ਬੰਦੇ ਆਏ ਨੇ ਡੰਡੇ ਲੈ ਕੇ, ਤਿੰਨੇ ਹੀ ਇਹ ਉਹਨੂੰ ਕੁੱਟਣ ਲੱਗ ਪਏ ਨੇ। ਮੋਬਾਈਲ ਲੈ ਕੇ ਉਹਨੇ ਬੰਦ ਕਰ ਦਿੱਤਾ ਉਹਦਾ। वो ਜਿਹੜੇ 3 लोग आए सी डंडे सोटे लैके वो कौन से? ਆਜ਼ਮ ਸੀ ਤੇ ਇੱਕ ਉਹ ਕਾਸ਼ਫ ਸੀ ਤੇ ਉਹ ਇੱਕ ਦੂਸਰੇ ਦਾ ਨਹੀਂ ਪਤਾ, ਉਹ ਨਾਮਲੂਮ ਹੈ। ਉਹ ਮੁੰਡੇ ਨਹੀਂ ਸਿਆਣਾ ਹੈਗਾ। ਤੇ ਇਹ ਜਿਸ ਵੇਲੇ ਆਏ ਨੇ ਇਹਨਾਂ ਫਿਰ ਉਹਨੂੰ ਕੁੱਟਿਆ ਵਾਵਾ। ਜਿਸ ਵੇਲੇ ਥੱਕ ਗਏ ਨੇ ਇਹਨੇ ਫਿਰ ਦੋਵਾਂ ਉਸਤਾਦ ਸ਼ਾਗਿਰਦਾਂ ਨੂੰ ਮਾਰਦੇ ਰਹੇ ਨੇ। ਹਾਂਜੀ। ਸ਼ਾਗਿਰਦ ਜਿਹੜਾ ਨਾ ਉਹ ਆਂਦਾ ਯਾਰ ਮੈਨੂੰ ਕਿਉਂ ਮਾਰਦੇ ਜੀ, ਮੈਂ ਸ਼ਾਗਿਰਦ ਦਾ ਮਹੀਨਾ ਕੁ ਮੈਨੂੰ ਹੋਇਆ, ਮੈਨੂੰ ਕਿਉਂ ਮਾਰਦੇ ਜੀ। ਉਹਨਾਂ ਨੇ ਤਾਂ ਉੱਥੇ ਕੰਨ ਫੜ ਲਿਆ। ਉਹਨੂੰ ਫਿਰ ਕੰਨ ਫੜਾ ਦਿੱਤੇ ਨੇ ਪਰਾਂ। ਉਹਨੇ ਕੰਨ ਫੜੀ ਰੱਖੇ, ਇਹਨੂੰ ਫਿਰ ਇਹ ਮਾਰਦੇ ਰਹੇ ਨੇ। ਇਹ ਪੁੱਛਦਾ ਹੀ ਰਹਿ ਗਿਆ ਮੈਨੂੰ ਕਿਉਂ ਮਾਰਦੇ ਜੇ, ਕਿਸ ਵਜ੍ਹਾ ਤੋਂ ਮਾਰਦੇ ਜੇ, ਮੇਰੀ ਗਲਤੀ ਦੱਸੋ,
ਮੇਰਾ ਗੁਨਾਹ ਕੋਈ ਹੈ ਵੇ ਤੇ ਮੈਨੂੰ ਮਾਫੀ ਦੇ ਦਿਓ, ਜਾਂ ਮੈਂ ਲੇਟ ਆਇਆ ਪੱਖੇ ਬਣਾਉਣ ਤੋਂ ਫਿਰ ਵੀ ਮੈਨੂੰ ਮਾਫੀ ਦੇ ਦਿਓ, ਮੇਰਾ ਟਾਈਮ ਨਹੀਂ ਲੱਗਦਾ, ਕੀ ਵਜ੍ਹਾ ਕੀ ਹੈ? ਪਰ ਉਹ ਉਹਨੂੰ ਕੁੱਟੀ ਗਏ ਨੇ। ਜਿਸ ਨੂੰ ਡਿੱਗ ਪਿਆ ਫਿਰ ਇਹ ਥੱਕ ਗਏ ਨੇ, ਉਹਨੇ ਫਿਰ ਕਾਲ ਕੀਤੀ, 2 ਹੋਰ ਮੁੰਡੇ ਬੁਲਾਏ ਨੇ। ਜਦੋਂ ਮਾਰਦੇ ਪਏ ਸੀ ਘਰ ਦੇ ਵਿੱਚ ਤੇ ਪਿੰਡਾਂ ਦੇ ਵਿੱਚ ਤੇ ਅਮੂਮਨ ਸ਼ੋਰ ਦੂਰ ਦੂਰ ਤੱਕ ਸੁਣਾਈ ਬਾਹਰ ਦਿੰਦਾ। ਸ਼ੋਰ ਆਉਂਦਾ ਰਿਹਾ, ਬਾਹਰ ਸਾਰੇ ਮਹੱਲੇ ਵਾਲੇ ਗੁਆਂਢੀ ਸੁਣਦੇ ਰਹੇ ਨੇ, ਦਿਨ ਸੀ ਇਹ ਕਿਹੜਾ ਰਾਤ ਪੈ ਗਈ ਸੀ। ਕਿਸੇ ਨੇ ਮਜ਼ਾਮਤ ਨਹੀਂ ਕੀਤੀ ਅੰਦਰ ਜਾਣ ਦੀ। ਕਿਸੇ ਨੇ ਮਜ਼ਾਮਤ ਨਹੀਂ ਕੀਤੀ, ਕਿਸੇ ਨੇ ਬਾਹਰ ਕਿਸੇ ਪੁਲਿਸ ਵਾਲਿਆਂ ਨੂੰ ਜਾਂ ਕਿਸੇ ਹੋਰ ਨੂੰ ਕੋਈ ਖਬਰ ਨਹੀਂ ਕੀਤੀ, ਬਸ ਸੁਣਦੇ ਰਹੇ ਨੇ, ਚੀਖੋ ਪੁਕਾਰ ਸੁਣਦੇ ਰਹੇ ਨੇ, ਕਿਸੇ ਨੇ ਕੋਈ ਇਹ ਬੇਹਿੱਸੇ ਗਏ ਸੀ ਸਾਰੇ ਪਿੰਡ ਦੇ ਲੋਕ। ਜੀ। ਤੇ ਉਹ ਬਸ ਇਹ ਗੱਲ ਜਿਹੜੇ ਨੇ ਇਹ ਲੋਕ ਜਿਹੜੇ ਨੇ ਵਹਿੰਦੇ ਰਹੇ ਨੇ, ਅੰਦਰ ਕੁੱਟ ਪੈਂਦੀ ਰਹੀ, ਰੌਲਾ ਪੈਂਦਾ ਰਿਹਾ, ਉਹ ਚੀਖੋ ਪੁਕਾਰ ਹੁੰਦੀ ਰਹੀ ਹੈ, ਮਹੱਲੇ ਵਾਲੇ ਸੁਣਦੇ ਰਹੇ ਨੇ, ਬਾਹਰ ਨਿਕਲ ਕੇ ਸੁਣਦੇ ਰਹੇ ਨੇ, ਇਹ ਨਹੀਂ ਕਿ ਅੰਦਰ ਵੜ ਕੇ ਸੁਣਦੇ ਰਹੇ ਨੇ। ਤੇ ਕਿਸੇ ਨੇ ਇਹ ਨਹੀਂ ਕੀਤਾ ਕਿ ਕਿਸੇ ਪੁਲਿਸ ਵਾਲੇ ਨੂੰ ਫੋਨ ਕਰ ਦਈਏ ਜਾਂ ਕਿਸੇ ਸੱਜੇ ਖੱਬੇ ਕਰ ਦਈਏ, ਕੋਈ ਐਸੀ ਗੱਲ ਨਹੀਂ ਕਿਸੇ ਨੇ ਕੀਤੀ। ਚਲੋ ਉਹ ਫਿਰ ਬਾਅਦ ਵਿੱਚ ਇਹਨਾਂ ਮਾਰ ਮੂਰ ਕੇ ਤੇ ਰਾਤ 10:30 ਵਜੇ ਸ਼ਗਿਰਦ ਨੂੰ ਇਹਨਾਂ ਕੱਢਿਆ ਤੇ ਇਹਦੇ ਮਗਰ ਗਏ ਨੇ ਪਿਸਤੌਲ, ਨਾਲੇ ਵੀਡੀਓ ਬਣਾਈ ਵੀ ਤੂੰ ਜੇ ਦੱਸਿਆ ਤੇ ਮੈਂ ਤੈਨੂੰ ਮਾਰ ਦੇਣਾ। ਇਹਦੀ ਮੋਟਰਸਾਈਕਲ ਤੇ ਗਏ ਨੇ, ਰਾਹ 'ਚ ਮੋਟਰਸਾਈਕਲ ਉਸਤਾਦ ਦੀ ਸੁੱਟ ਦੇਈ, ਦਿਨੇ ਸਵੇਰੇ ਆਣ ਕੇ ਦੁਕਾਨ ਵੀ ਇੰਝ ਖੋਲਣੀ, ਤੇ ਜਿਹੜਾ ਪੁੱਛੇ ਉਹਨੂੰ ਆਖੇ ਮੈਨੂੰ ਨਹੀਂ ਪਤਾ। ਉਸ ਮੁੰਡੇ ਨੂੰ ਫਿਰ ਇਹਨਾਂ ਕੱਢ ਦਿੱਤਾ ਹੈ ਉਹ ਰਾਤ। ਬੱਚੇ ਨੂੰ ਇਹ ਕੌਣ ਕੌਣ ਕਹਿੰਦਾ ਰਿਹਾ ਸੀ? ਇਹ ਆਜ਼ਮ ਆਜ਼ਮ ਕਹਿੰਦਾ ਰਿਹਾ ਕਿ ਜੀ ਅਗਰ ਤੂੰ ਕਿਸੇ ਨੂੰ ਦੱਸਿਆ ਤੇ ਤੈਨੂੰ ਵੀ ਮਾਰ ਦੇਣਾ। ਤੈਨੂੰ ਮਾਰ ਦੇਣਾ। ਉਸ ਬੱਚੇ ਨੇ ਫਿਰ ਕਿਸ ਤਰ੍ਹਾਂ ਆ ਕੇ ਤੁਹਾਨੂੰ ਦੱਸਿਆ? ਉਹ ਬੱਚਾ ਫਿਰ ਰਾਤ ਤੇ ਡਰਦਾ ਹੀ ਰਿਹਾ, ਦਿਨੇ ਸਵੇਰੇ ਉਹਦੇ ਚਾਚੇ ਨੇ ਪੁੱਛਿਆ ਤੈਨੂੰ ਆ ਖੂਨ ਲੱਗਾ, ਕੀ ਮਸਲਾ? ਉਹਦੀ ਮਾਂ ਨੇ ਉਹਨੂੰ ਆਖਿਆ ਵੀ ਇਹ ਗੱਲ ਹੈ। ਉਹ ਫਿਰ ਮੁੰਡੇ ਨੂੰ ਨਾਲ ਲੈ ਕੇ ਸਾਡੇ ਕੋਲ ਇੱਥੇ ਸੁਬਾਹ ਆਇਆ, ਪੌਣੇ ਕੁ 5 ਵਜੇ ਇੱਥੇ ਆਣ ਕੇ ਉਹਨੇ ਸਾਨੂੰ ਦੱਸਿਆ ਵੀ ਕਿ ਸਾਡੇ ਨਾਲ ਰਾਤੀ ਇਹ ਵਾਕਿਆ ਹੋਇਆ। ਰਾਤ ਦਾ ਨਸੀਰ ਦਾ ਫੋਨ ਬੰਦ ਸੀ ਤੇ ਅਸਾਂ ਆਖਿਆ ਵੀ ਖਰੇ ਉਹ ਸਮਾਨ ਲੈਣ ਜਾਣਾ, ਲਓ ਉਹਨੇ ਗੁਜਰਾਂ ਵਾਲੇ ਲੱਖ ਰੁਪਈਆ ਘਰੋਂ ਲੈ ਗਿਆ ਸੀ, ਗਿਆ ਤੇ ਉੱਥੇ ਕਿਤੇ ਲੇਟ ਹੋ ਗਿਆ। ਤੇ ਉਸ ਤੋਂ ਬਾਅਦ ਅਸਾਂ ਨਹੀਂ ਕੇਅਰ ਕੀਤੀ, ਨਾ ਸਾਨੂੰ ਜ਼ਿਹਨ 'ਚ ਰਿਹਾ ਵੀ ਪੁੱਛਣਾ ਦੱਸਣਾ। ਨੰਬਰ ਉਹਦਾ ਪਹਿਲੇ ਬੰਦ ਜਾ ਰਿਹਾ ਸੀ ਰੋਜ਼ੇ ਤੋਂ ਪਹਿਲੇ। ਤੇ ਬਾਕੀ ਉਸ ਤੋਂ ਬਾਅਦ ਅਸਾਂ ਫਿਰ ਉਹ ਸਵੇਰੇ ਮੁੰਡੇ ਨਹੀਂ ਆਣ ਕੇ ਦੱਸਿਆ, ਤੇ ਫਿਰ ਜਿਸ ਵੇਲੇ ਉਹਨੇ ਦੱਸਿਆ ਫਿਰ ਅਸੀਂ ਭੱਜੇ ਹਾਂ। ਉਸ ਮੁੰਡੇ ਨੇ ਆਖਿਆ ਵੀ ਇੰਝ ਇੰਝ ਆ ਫੈਕਟਰੀ ਦੇ ਕੋਲ ਰਾਹ ਉਤਰਦਿਆ ਫਲਾਣੇ ਪਿੰਡ। ਉਹ ਮੁੰਡੇ ਨੂੰ ਉਹ ਫਿਰ ਲੱਗਿਆ, ਜਾ ਕੇ ਵੇਖਿਆ ਤੇ ਉਸ ਘਰ ਦੇ ਤਾਲੇ ਲੱਗੇ ਸਨ। ਜਿਹੜਾ ਵਿਹੜਾ ਹੈ ਉਹ ਖੂਨ ਨਾਲ ਲਿਬੜਿਆ ਸੀ, ਉਹਨਾਂ ਧੋਤਾ ਸੀ, ਤਾਜ਼ਾ ਤਾਜ਼ਾ ਪੱਖਾ ਚੱਲਦਾ ਪਿਆ ਸੀ, ਲੇਕਿਨ ਬਾਹਰੋਂ ਤਾਲੇ ਲੱਗੇ ਸਨ। ਅਸਾਂ ਜਾ ਕੇ ਪੁੱਛਿਆ ਯਾਰ ਇਹ ਕਿੱਥੇ ਗਏ ਨੇ, ਇਸ ਤਰ੍ਹਾਂ ਮਸਲਾ ਰਾਤੀ ਸੁਣਿਆ। ਉਹ ਮਹੱਲੇ ਵਾਲੇ ਸਾਰੇ ਨਿਕਲ ਕੇ ਉਦੋਂ ਵੀ ਵਹਿੰਦੇ ਪਏ ਹਨ ਸਾਨੂੰ, ਤੇ ਇਹ ਆਂਦੇ ਹਨ ਸਾਨੂੰ ਨਹੀਂ ਪਤਾ। ਸਾਰੀ ਮਾਰ ਕੁਟਾਈ ਨੂੰ ਆਪਣੇ ਕੰਨਾਂ ਦੇ ਨਾਲ ਸੁਣਦੇ ਵੀ ਰਹੇ ਨੇ ਕਿ ਅੰਦਰ ਇੱਕ ਬੰਦੇ ਨੂੰ ਮਾਰਿਆ ਜਾ ਰਿਹਾ ਹੈ। ਜਦੋਂ ਤੁਸੀਂ ਗਏ ਤਾਂ ਉਸ ਤੋਂ ਬਾਅਦ ਉਹ ਕਹਿੰਦੇ ਨੇ ਕਿ ਸਾਨੂੰ ਨਹੀਂ ਪਤਾ। ਅਸਾਂ ਉਦੋਂ ਪੁੱਛਿਆ, ਨਾਲ ਦੀ ਉਹਦੀ ਭਰਜਾਈ ਏ, ਉਸ ਦੇ ਘਰ ਦੇ ਨਾਲ ਉਹਦੀ ਭਰਜਾਈ, ਉਹਨੂੰ ਮੈਂ ਪੁੱਛਿਆ, ਮੈਂ ਕਿਹਾ ਭਾਬੀ ਇੱਧਰ ਕੀ ਰਾਤੀ ਹੋਇਆ? ਉਹਨੇ ਆਖਿਆ ਵੀਰ ਮੈਨੂੰ ਕੋਈ ਪਤਾ ਨਹੀਂ। ਪਤਾ ਉਹਨੂੰ ਵੀ ਸਾਰਾ ਸੀ। ਉਹਦਾ ਮਤਲਬ ਹੈ ਕਿ ਉਸ ਕਤਲ ਦੇ ਪਿੱਛੇ ਸਾਰੇ ਲੋਕ ਮੁਲੱਵਸ ਨੇ। ਹਾਂਜੀ, ਉਹਦਾ ਮੁੰਡਾ ਨਾਲ ਸੀ। ਉਹ ਪਤਾ ਲੱਗਾ ਵੀ ਕਿ ਉਹਦਾ ਮੁੰਡਾ ਵੀ ਨਾਲ ਸੀ, ਇਸ ਵਾਸਤੇ ਦੱਸਦੀ ਨਹੀਂ ਸੀ। ਜਿਹੜਾ ਨਾਲ ਇਹ ਪਾਸੇ ਇੱਕ ਬਾਬਾ ਜਿਹਾ ਲੱਗਾ ਫਿਰਦਾ ਸੀ, ਉਸ ਨੇ ਆਖਿਆ ਵੀ ਇਹਦੇ ਭਰਾ ਨੂੰ ਫੜਾਓ, ਸਾਨੂੰ ਫੜਾਓ, ਸਾਰੇ ਮਹੱਲੇ ਨੂੰ ਫੜਾਓ, ਤੁਹਾਨੂੰ ਪਤਾ ਲੱਗ ਜਾਏਗਾ ਆਪੇ। ਦੱਸਦਾ ਕੋਈ ਵੀ ਨਹੀਂ, ਜਿਹਨੂੰ ਪੁੱਛਦੇ ਹਾਂ ਸੋ ਇਹ ਆਂਦਾ ਨਹੀਂ ਸਾਨੂੰ ਨਹੀਂ ਪਤਾ। ਜਿਹੜਾ ਕਾਤਲ ਆਜ਼ਮ ਹੈਗਾ ਇਹ ਕੀ ਕੰਮ ਕਰਦਾ ਹੈ? ਇਹ ਸਾਡੀ ਇਹਦਾ ਨਸ਼ੇ ਦਾ ਕੰਮ ਹੈ, ਨਸ਼ਾ ਵੇਚਦਾ ਤੇ ਚੋਰੀਆਂ ਡਕੈਤੀਆਂ ਕਰਦਾ, ਸੂਦ ਤੇ ਪੈਸੇ ਦਿੰਦਾ, ਬਸ ਇਹਦਾ ਇਹ ਕੰਮ ਹੈ। ਹਰਾਮ ਇਹ ਕਰਦਾ, ਖਾਂਦਾ, ਲੋਕਾਂ ਨੂੰ ਲੁੱਟਦਾ, ਬਸ ਇਹ ਕੰਮ ਹੁੰਦਾ, ਹੋਰ ਕੋਈ। ਜਦੋਂ ਤੁਸੀਂ ਉਸ ਘਰ ਗਏ ਸੀ, ਤੁਸੀਂ ਮਾਹੌਲ ਦੇਖਿਆ ਕਿ ਜੀ ਉੱਥੇ ਵਿਹੜਾ ਵੀ ਧੋਤਾ ਹੈ, ਫੜ ਕੇ ਉਹਨਾਂ ਨੇ ਪੱਖਾ ਚੱਲਦਾ ਪਿਆ, ਘਰ ਕੋਈ ਨਹੀਂ ਹੈ ਵੀ। ਤੁਸੀਂ ਪੁਲਿਸ ਨੂੰ ਇਤਲਾਹ ਦਿੱਤੀ ਤੇ ਪੁਲਿਸ ਨੇ ਫਿਰ ਕਿੰਨੀ ਦੇਰ ਬਾਅਦ ਰਿਸਪੌਂਡ ਕੀਤਾ ਸੀ? ਅਸੀਂ ਸਾਡੇ ਜਿਸ ਵੇਲੇ ਉਹ ਬਾਹਰੋਂ ਤਾਲੇ ਲੱਗੇ ਨੇ ਤੇ ਬਾਹਰੋਂ ਹੀ ਪਾਣੀ ਬਾਹਰ ਨਿਕਲਿਆ, ਵਹਿੰਦੇ ਰਹੇ ਹਾਂ, ਸਾਰਾ ਵੀ ਖੂਨ ਧੁੱਪਿਆ, ਪੱਖਾ ਅੰਦਰ ਚੱਲਦਾ ਪਿਆ, ਅੰਦਰ ਬੰਦਾ ਜੀ ਹੈ ਵੀ ਜਾਂ ਨਹੀਂ ਹੈ। ਅਸਾਂ ਸੋਚਿਆ ਵੀ ਬਜਾਏ ਅਸਾਂ ਤੋੜਨ ਦੇ ਤਾਲੇ ਜਾਂ ਅੰਦਰ ਵੇਖਣ ਦੇ, ਅਸੀਂ ਪੁਲਿਸ ਨੂੰ ਲਿਆਉਂਦੇ ਹਾਂ। ਅਸੀਂ ਗਏ ਹਾਂ ਜਾ ਕੇ ਚੌਕੀ ਦੇ ਵਿੱਚ, ਅਸਾਂ ਨੂੰ ਵਾਕਿਆ ਦੱਸਿਆ, ਉਹਨਾਂ ਆਖਿਆ ਸਾਡੀ ਇਹ ਗੱਲ ਹੈ। ਉਹ ਪੁਲਿਸ ਵਾਲੇ ਨਾਲ ਉੱਠੇ ਨੇ, ਉੱਠ ਕੇ ਉਹ ਹੌਲੀ ਹੌਲੀ ਦਰਖਾਸਤ ਉਹਨਾਂ ਕੋਲ ਸਾਡੇ 2-3 ਘੰਟੇ ਜਿਹੜੇ ਉੱਥੇ ਨੇ ਭੰਨ ਦਿੱਤੇ ਨੇ। ਅਸੀਂ ਬਥੇਰੇ ਤਰਲੇ ਲਏ ਨੇ, ਉਹਨਾਂ ਦੇ ਸਾਡਾ ਸਾਰਾ ਪਿੰਡ ਉੱਥੇ ਪਹੁੰਚ ਗਿਆ। ਕਿ ਪੁਲਿਸ ਵਾਲਿਆਂ ਨੇ ਤੁਹਾਨੂੰ ਥਾਣੇ ਦੇ ਵਿੱਚ 2-3 ਘੰਟੇ ਜ਼ਲੀਲੋ ਖੁਆਰ ਕੀਤਾ ਹੈ। ਮਸਲੇ ਸਾਏ ਹੋਈ ਵੀ ਆ ਉੱਠਦੇ ਅਫਸਰ ਉੱਠਦੇ ਨੇ ਚੌਕੀ ਦੇ ਵਿੱਚ। ਚੌਕੀ ਦੇ ਵਿੱਚ ਉਹ ਅਹਿਲਕਾਰਾਂ ਦੇ ਕੋਈ ਨਾਮ ਜਾਣਦੇ ਹੋ ਤੁਸੀਂ? ਨਹੀਂ ਜੀ, ਉਹਨਾਂ ਦਾ ਨਾਂ ਜਾਣ। 2 ਘੰਟੇ ਬਾਅਦ 2.5 ਘੰਟੇ ਬਾਅਦ ਸਾਡੇ ਨਾਲ ਇੱਥੇ ਆਏ ਨੇ। ਆਉਂਦਿਆਂ ਜਿਸ ਵੇਲੇ ਉਹਨਾਂ ਵੇਖਿਆ ਤਾਲੇ ਲੱਗੇ ਨੇ, ਉਹ ਫਿਰ ਉੱਥੇ ਖਲੋ ਗਏ ਨੇ। ਅਸੀਂ ਆਖਿਆ ਜੀ ਤੋੜੋ ਤਾਲੇ, ਸਾਡਾ ਮੁੰਡਾ ਵੇਖੋ ਅੰਦਰ ਮਰਿਆ ਜਿਉਂਦਾ, ਇੱਥੇ ਵੇ ਕਿੱਥੇ ਵੇ? ਉਹ ਆਖਣ ਵੀ ਸਾਨੂੰ ਇਜਾਜ਼ਤ ਨਹੀਂ ਤਾਲੇ ਤੋੜਨ ਦੀ। ਇਹ ਕੌਣ ਕਹਿ ਰਿਹਾ ਸੀ? ਇਹ ਚੌਕੀ ਦੇ ਵਿੱਚ ਜਿਹੜਾ ਮੁੰਡਾ ਮੁਨਸ਼ੀ ਜੀ ਨੇ ਸਾਡੀ ਦਰਖਾਸਤ ਲਿਖੀ ਹੈ, ਉਹ ਗੁਲ ਨਵਾਜ਼ ਮੇਰਾ ਉਹਦਾ ਨਾਂ ਹੈ, ਉਹ ਤਕਰੀਬਨ ਉਹਨੇ ਜਿਤਨੇ ਵੀ ਉਧਰ ਪੁਲਿਸ ਵਾਲੇ ਆਏ ਥੇ ਉਹ ਸਾਰੇ ਕਹਿ ਰਹੇ ਜੀ, ਉਹਨਾਂ ਕਿਹਾ ਵੀ ਕਿ ਅਸੀਂ ਸਾਨੂੰ ਇਜਾਜ਼ਤ ਮਿਲੇਗੀ ਤੇ ਅਸੀਂ ਤੋੜਨੇ, ਸਾਨੂੰ ਲੱਗਦਾ ਇਜਾਜ਼ਤ ਨਹੀਂ ਤਾਲੇ ਤੋੜਨ ਦੀ, ਅਸੀਂ ਤਾਲੇ ਨਹੀਂ ਤੋੜ ਸਕਦੇ। ਉਹ ਸਾਡੇ ਪਿੰਡ ਵਾਲੇ ਮੁੰਡੇ ਜਿਹੜੇ ਸਨ ਉਹ ਬੂਹੇ ਠੁੱਡੇ ਠੱਡੇ ਮਾਰਦੇ, ਅਸੀਂ ਆਖਿਆ ਵੀ ਨਹੀਂ ਤੁਸੀਂ ਨਹੀਂ ਕਰਨਾ, ਪੁਲਿਸ ਵਾਲੇ ਕਰਨ। ਫਿਰ ਉਹ ਤੋਂ ਸਾਨੂੰ ਅਸੀਂ ਗਏ ਸਦਰ ਜਾ ਕੇ ਉੱਥੇ ਦਰਖਾਸਤ ਦਿੱਤੀ ਹੈ। ਉੱਥੇ ਸਾਡੇ ਕੋਲ 2-3 ਘੰਟੇ ਸਾਡੇ ਗੁਜ਼ਰ ਗਏ ਨੇ ਦਰਖਾਸਤ ਲਿਖਾਉਂਦਿਆਂ ਨੂੰ, ਤੇ ਉਹ ਸਾਰੇ ਕਰਦੇ ਉਹ ਆਖਣ ਜੀ ਅਫਸਰ ਉੱਠਦੇ ਨੇ ਤੇ ਫਿਰ ਕਰਦੇ ਨੇ। ਫਿਰ ਉਹ ਅਫਸਰ ਨੂੰ ਉਠਾਇਆ, ਸਾ ਰੌਲਾ ਪਾਇਆ। ਸੁੱਤੇ ਸੀ? ਜੀ,
ਸਾਨੂੰ ਨਹੀਂ ਪਤਾ ਸੁੱਤੇ ਹਨ, ਲੇਕਿਨ ਉਹਨਾਂ ਆਖਿਆ ਵੀ ਅਫਸਰ ਉੱਠਦੇ ਨੇ ਤੇ ਫਿਰ ਆਪਣਾ ਤੁਹਾਡੇ ਸੁਣਨੇ ਆ। ਥਾਣਾ ਸਦਰ ਮੁਰੀਦਕੇ ਦੇ ਬਾਰੇ 'ਚ ਤੁਸੀਂ ਦੱਸਦੇ ਪਏ ਹੋ। ਜੀ ਜੀ। ਫਿਰ ਉਹ ਉਸ ਰੌਲਾ ਪਾਇਆ, ਫਿਰ ਉਹਨਾਂ ਨੂੰ ਐਸਐਚਓ ਨੂੰ ਉਠਾਇਆ ਸਾਹਿਬ ਨੂੰ, ਉਹਨੇ ਫਿਰ ਸਾਡੇ ਨੂੰ ਸੱਦਿਆ। ਅਸੀਂ ਗਏ, ਦੱਸਿਆ, ਉਹਨੇ ਆਖਿਆ ਵੀ ਚਲੋ ਦਵਾ ਦਾ ਵਿੱਚ ਛੇਤੀ ਜਾਓ ਇਹਨਾਂ ਦੇ ਨਾਲ। ਫਿਰ ਉਹ ਸਾਡੇ ਨਾਲ ਆਏ ਨੇ ਇੱਥੇ ਆਣ ਕੇ, ਫਿਰ ਉਹਨਾਂ ਆਖਿਆ ਸਰ ਜੀ ਇਹ ਤਾਲਾ ਤੋੜੋ, ਵੇਖੋ ਅੰਦਰ। ਫਿਰ ਉਹਨਾਂ ਤਾਲਾ ਤੋੜਿਆ, ਫਿਰ ਅੰਦਰ ਵੇਖਿਆ, ਅੰਦਰ ਕੋਈ ਸ਼ੈ ਨਹੀਂ ਸੀ ਹੈ। ਅੰਦਰ ਉਹਨਾਂ ਤਲਾਸ਼ੀ ਤਲੂਸ਼ੀ ਲਈ ਹੈ ਸੱਜਾ ਖੱਬਾ, ਫਿਰ ਉੱਥੇ ਸਾਨੂੰ ਡੰਡੇ ਜਿਨ੍ਹਾਂ ਨਾਲ ਕੁੱਟਦੇ ਰਹੇ ਨੇ ਡੰਡੇ ਮਿਲੇ ਨੇ, ਟੋਟੇ ਬਾਹਰੋਂ ਮਿਲੇ ਨੇ, ਸਾਈਡਾਂ ਤੋਂ ਮਿਲੇ ਨੇ, ਉਹ ਸਾਰੇ ਉਹਨਾਂ ਆਪਣੀ ਹਿਰਾਸਤ 'ਚ ਲੈ ਲੈਣ ਤੇ ਉਹਨਾਂ ਦੀਆਂ ਕੋਈ ਚੀਜ਼ਾਂ ਚੂਜ਼ਾਂ ਜੋ ਕੋਈ ਮੋਟਰਸਾਈਕਲ ਅੰਦਰੋਂ ਲੱਭੀ ਉਹਨਾਂ ਨਾਲ ਲੈ ਲਈ। ਉਸ ਤੋਂ ਬਾਅਦ ਫਿਰ ਇੱਥੇ ਥਾਣੇ 'ਚ ਆ ਗਏ ਹਾਂ। ਫਿਰ ਅਸੀਂ ਲੱਭਣ ਲੁੱਭਣ ਲੱਗ ਪਏ, ਉਹਨਾਂ ਫਿਰ ਐਸਐਚਓ ਨੇ ਆਖਿਆ ਵੀ ਤੁਸੀਂ ਵੀ ਲੱਭੋ, ਅਸੀਂ ਵੀ ਲੱਭਣੇ। ਉਹ ਥੋੜ੍ਹੀ ਦੇਰ ਬਾਅਦ ਕਾਲ ਆ ਗਈ, ਉਹ ਫਿਰ ਐਸਓ ਸਾਹਿਬ ਜਿਹੜੇ ਨੇ ਉਹ ਸਾਡੇ ਨਾਲ ਗਏ ਨੇ, ਉੱਥੇ ਜਾ ਕੇ ਫਿਰ ਅਸੀਂ ਡੈੱਡ ਬਾਡੀ ਲੈ ਕੇ ਆਏ ਹਾਂ ਫਿਰੋਜ਼ ਵਾਲੇ ਤੋਂ। ਡੈੱਡ ਬੋਡੀ ਕਿੱਥੋਂ ਮਿਲੀ ਸੀ ਤੇ ਕਿਸ ਹਾਲਤ ਵਿੱਚ ਮਿਲੀ ਸੀ? ਡੈੱਡ ਬਾਡੀ ਫਿਰੋਜ਼ ਵਾਲੇ ਤੋਂ ਉਰਾਂ ਆਉਂਦਾ ਹੈ ਰਾਣਾ ਟਾਊਨ, ਰਾਣਾ ਦਾ ਸਟਾਫ ਦੇ ਨਾਲ ਚੜ੍ਹਦੇ ਪਾਸੇ ਜਿਹੜਾ ਸਰਵਿਸ ਰੋਡ ਦੇ ਉੱਤੇ ਡਰਮ ਦੇ ਵਿੱਚ ਸੀ, ਉਹ ਉੱਥੋਂ ਦੇ ਬੰਦੇ ਨੇ। ਤੇ ਉਹ ਜਿਹੜੀ ਪੁਲਿਸ ਹੈ ਫਿਰੋਜ਼ ਵਾਲੇ ਦੀ, ਉਹਨਾਂ ਆਣ ਕੇ ਤੋਂ ਡਰਮ ਦੇ ਜੋ ਡੈੱਡ ਬਾਡੀ ਕੱਢੀ ਹੈ। ਅਸੀਂ ਜਦੋਂ ਗਏ ਉਦੋਂ ਸੜਕ ਦੇ ਉੱਤੇ ਪਈ ਸੀ, ਡਰਮ ਲਹਿਰਾ ਪਿਆ ਸੀ, ਤੇ ਉਹ ਕ੍ਰਾਈਮ ਬ੍ਰਾਂਚ ਵਾਲਾ ਜਿਹਨੂੰ ਚੈੱਕ ਚੁੱਕ ਕਰ। ਇਸ ਹਾਲਤ ਦੇ ਵਿੱਚ ਸੀ, ਲਾਸ਼ ਠੀਕ ਸੀ? ਨਹੀਂ ਜੀ, ਲਾਸਟ ਜਿਹੜੀ ਸੀ ਉਹ ਤੇ ਤਕਰੀਬਨ ਆਪਣਾ ਆਪ ਛੱਡਦੀ ਜਾਂਦੀ ਸੀ, ਡਰਮ ਦੇ ਚ ਬੰਦ ਸੀ ਤੇ ਮਾਸ ਇੰਝ ਹੱਥ ਨਾਲ ਲੈਂਦਾ ਸੀ। ਪੂਰੀ ਤਰ੍ਹਾਂ ਤਸ਼ੱਦਦ ਹੋਇਆ ਸੀ। ਜੀ, ਉਹਦੀ ਹਰ ਸ਼ੈ ਜੀ ਟੁੱਟੀ, ਉਹਦੀ ਕੋਈ ਹੱਡੀ ਨਹੀਂ ਬਚੀ, ਉਹਦੀ ਹਰ ਸ਼ੈ ਹੀ ਉਹਨਾਂ ਡੰਡਿਆਂ ਨਾਲ ਤੋੜੀ, ਤਰਸਾ ਤਰਸਾ ਕੇ ਜ਼ੁਲਮ ਕਰ ਕਰਕੇ ਰੋਜ਼ੇ ਦੀ ਹਾਲਤ 'ਚ ਉਹਨੂੰ ਉਹਨਾਂ ਜਿਹੜਾ ਨੇ ਮਾਰਿਆ। ਤੇ ਉਹਦਾ ਸਿਰ ਜਿਹੜਾ ਉਹ ਵੀ ਫਿੱਸਾ ਟੋਏ ਪਏ ਨੇ, ਹੱਡੀ ਸਿਰ ਦੀ ਕੋਈ ਨਹੀਂ ਬਚੀ, ਨੱਕ ਜਿਹੜਾ ਇਹ ਵੀ ਡਿੰਗਾ ਸਾਰਾ ਟੁੱਟ ਗਿਆ, ਮੂੰਹ ਦੇ ਉੱਤੇ ਹੱਥ ਗੁੱਟ ਉਂਗਲਾਂ ਪੈਰ ਗੋਡੇ ਲੱਤਾਂ, ਇਹ ਕੋਈ ਸ਼ੈ ਐਸੀ ਬਚੀ ਨਹੀਂ, ਪਸਲੀਆਂ ਤੱਕ ਜਿਹੜਾ ਨਾ ਉਹਦੀ ਐਸੀ ਕੋਈ ਸ਼ੈ ਨਹੀਂ ਹੱਡੀ ਜਿਹੜੀ ਬਚੀ ਹੋਵੇ, ਇੰਨਾ ਉਹਨਾਂ ਤਸ਼ੱਦਦ ਕੀਤਾ ਹੈ। ਤੇ ਮੁਲਜ਼ਮ ਹੁਣ ਕੋਈ ਗ੍ਰਿਫਤਾਰ ਹੋਇਆ ਕਿ ਫਰਾਰ ਹੋ ਚੁੱਕੇ ਨੇ? ਜਿਹੜੇ ਅਸਲ ਜਿੰਨਾ ਸੱਦਿਆ ਉਹ ਉਹਨਾਂ ਜੋ ਤਾਂ ਹਾਲਾਂ ਇੱਕ ਵੀ ਨਹੀਂ ਨਾ ਗ੍ਰਿਫਤਾਰ ਹੋਇਆ। ਜਿਹੜੇ ਮੰਗਵਾ ਆਇਆ ਸੀ ਬਾਅਦ ਚ ਉਹਨਾਂ ਜਿਹੜਾ ਸੱਦਿਆ ਸੀ, ਉਹਨਾਂ ਦਾ ਇੱਕ ਭਾਈ ਫੜ ਕੇ ਲਿਆਂਦਾ ਸੀ, ਉਹਦੇ ਬਦਲੇ ਉਹਦੇ ਵਾਲਦ ਸਾਹਿਬ ਨੇ ਉਸ ਮੁੰਡੇ ਨੂੰ ਪੇਸ਼ ਕਰਵਾ ਦਿੱਤਾ ਹੈ। ਤੇ ਉਸ ਤੋਂ ਬਾਅਦ ਜਿਹੜੇ ਦੂਸਰੇ ਅਸਲ ਨੇ 4 ਮੁਲਜ਼ਮ, ਉਹ ਨਹੀਂ ਹੈ ਤੱਕ ਜਿਹੜਾ। ਪੁਲਿਸ ਕੀ ਕਹਿੰਦੀ ਹੈ ਕਿ ਕਦੋਂ ਤੱਕ ਮੁਲਜ਼ਮਾਨ ਜਿਹੜੇ ਨੇ ਉਹ ਫੜ ਲਾਂਗੇ? ਹੌਸਲਾ ਕਰੋ, ਇਨਸ਼ਾਅੱਲਾ ਜ਼ਰੂਰ ਤੁਹਾਡਾ ਇਨਸਾਫ ਦਵਾਵਾਂਗੇ, ਇਨਸਾਫ ਤੁਹਾਡੇ ਨਾਲ ਹੋਏਗਾ, ਇਨਸ਼ਾਅੱਲਾ ਜ਼ਰੂਰ ਗ੍ਰਿਫਤਾਰ ਕਰਾਂਗੇ, ਲੇਕਿਨ ਅਸੀਂ ਆਪਣੀ ਕਾਰਵਾਈ ਦੇ ਹਿਸਾਬ ਨਾਲ ਕਰਨਾ ਤੇ ਅਸੀਂ ਇਨਸ਼ਾਅੱਲਾ ਐਡੀ ਜਲਦੀ ਕੰਮ ਨਹੀਂ ਹੁੰਦਾ, ਅਸੀਂ ਇਨਸ਼ਾਅੱਲਾ ਇਹ ਕਰਾਂਗੇ ਕੰਮ। ਸਾਨੂੰ ਇਹ ਤਸੱਲੀ ਦਿੰਦੇ ਨੇ ਪਏ। ਵੱਲਾ ਆਲਮ ਅੱਜ ਜੁਮੇਰਾਤ ਦਾ ਵਾਕਿਆ ਜੀ, ਰਾਤ ਨੂੰ ਉਹਨਾਂ ਨੇ ਵਾਕਿਆ ਕੀਤਾ, ਕਤਲ ਕੀਤਾ। ਜੁਮੇ ਵਾਲੇ ਦਿਨ ਸਾਨੂੰ ਡੈੱਡ ਬੈਡ ਮਿਲੀ 1 ਵਜੇ 1:30 ਵਜੇ, ਅੱਗੋਂ 8 ਵਜੇ ਜਿਹੜਾ ਨਾ ਪੋਸਟਮਾਰਟਮ ਵਾਲਾ ਸ਼ੁਰੂ ਕੀਤਾ ਤੇ ਇਹਨਾਂ ਰਾਤ ਨੂੰ ਸਾਨੂੰ ਦਿੱਤਾ 10 ਵਜੇ। ਯਾਨੀ ਕਿ ਤੁਹਾਨੂੰ ਕੋਈ ਹਾਲੇ ਲੱਗਦਾ ਨਹੀਂ ਹੈ ਕਿ ਪੁਲਿਸ ਮੁਲਜ਼ਮਾਨ ਨੂੰ ਗ੍ਰਿਫਤਾਰ ਕਰ ਲੇਗੀ ਜਲਦੀ? ਜਿਸ ਤਰ੍ਹਾਂ ਚੱਲ ਰਿਹਾ ਜੀ, ਪਤਾ ਨਹੀਂ ਹੁਣ, ਸਾਨੂੰ ਤੇ ਇੰਝ ਲੱਗਦਾ ਜਿਵੇਂ ਕਿ ਨਹੀਂ ਕਰ ਲੈ